किताब हम हिंदू नहीं। लेखक भाई कान सिंह नाभा। भाग चौथा। वेद सिमरती पुराण। आवाज भाई गुरजंट सिंह रूपवाली। वाहिगुरू जी का खालसा वाहिगुरू जी की फतेह। आप वेदां नूं ईश्वर दे सवास नित्य और सिमरती पुराण आदਿਕ पुस्तकां नूं ਆਪਣੇ ਧਰਮ ਦਾ ਆਧਾਰ ਮੰਨਦੇ ਹੋ। ਫੁੱਟਨੋਟ: ਗੁਰਮਤਿ ਵਿੱਚ ਵੇਦ ਪੁਸਤਕ ਨਿਤਯ ਨਹੀਂ ਜਥਾ ਸਾਸਤ ਸਿਮਰਤ ਬਿਨ ਸਿੰਘੇ ਬੇਦਾ। ਗੌੜੀ ਮਹੱਲਾ ਪੰਜਵਾਂ ਪੰਨਾ 237। ਪਰ ਅਸੀਂ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਧਰਮ ਪੁਸਤਕ ਜਾਣਦੇ ਹਾਂ ਔਰ ਉਸ ਦੇ ਆਸ਼ੇ ਅਨੁਸਾਰ ਜੋ ਸਾਖੀਆਂ ਆਦਿਕ ਧਰਮ ਪੁਸਤਕ ਹਨ ਉਹਨਾਂ ਨੂੰ ਮੰਨਦੇ ਹਾਂ। ਗੁਰਸਿੱਖਾਂ ਲਈ ਸਤਿਗੁਰਾਂ ਦਾ ਇਹ ਹੁਕਮ ਹੈ: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਜਾਂ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ। ਰਾਮਕਲੀ ਮਹੱਲਾ ਤੀਜਾ ਆਨੰਦ ਪੰਨਾ 920। ਐੜਾ ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਰਾਮਕਲੀ ਮਹੱਲਾ ਤੀਜਾ ਆਨੰਦ ਪੰਨਾ 920। ਈੜੀ ਸਭ ਸੇ ऊपर गुर शब्द विचार, होर कथनी बदों न सगली शार। रामकली अष्टपदियां महला चौथा पन्ना 904। ससा गुरबाणी वरती जग अंतर, इस बाणी ते हर नाम पाएंदा। मारू महला तीजा पन्ना 1066। हाहा गुरबाणी इस जग में चानन। श्री राग महला तीजा पन्ना 67। कक्का सतगुर की बाणी सत सत कर जानो गुर सिखो, हर करता आप मूहों कढ़ाए। वार गौड़ी महला चौथा पन्ना 308। खखा भगत भंडार गुरबाणी लाल, गावत सुनत कमावत निहाल। आसा महला पंजवां पन्ना 376। गग्गा रत्ना रतन पदार्थ, बहु सागर भरिया राम। बाणी गुरबाणी लागे, तिन हथ चढ़िया राम। आसा शंत महला चौथा पन्ना 442। घग्गा गुरबाणी गावें भाई, ओ सफल सदा सुखदाई। सोठ महला पंजवां पन्ना 628। गंगा भनत नानक करे विचार, साची बाणी स्यों धरे प्यार। ताको पावे मोख दुआर, जप तप सब ए शब्द है सार। धनासरी महला पहला पन्ना 661। चच्चा बाणी गुरु गुरु है बाणी, विच बाणी अमृत सारे। गुर बाणी कहे सेवक जन मानै, परताख गुरु निस्तारे। नट महला चौथा पन्ना 982। छछा सतगुर की बाणी सत सत कर मानो, यों आत्म रामे लीना है। मारू महला पंजवां पन्ना 1028। प्यारे हिंदू भाई, वेद शास्त्र आदਿਕ ਆਪਦੇ ਧਰਮ ਪੁਸਤਕਾਂ ਪਰ ਜੋ ਸਤਿਗੁਰ ਦੀ ਰਾਏ ਹੈ ਆਪ ਨੂੰ ਉਹ ਵੀ ਸੁਣਾਉਂਦੇ ਹਨ। ਭਾਗ ਊੜਾ। ਸ਼ਾਸਤ ਵੇਦ ਬਕੇ ਖੜੋ ਭਾਈ, ਕਰਮ ਕਹੋ ਸੰਸਾਰੀ। ਪਾਖੰਡ ਮੈਲ ਨਾ ਚੁਕਾਈ ਭਾਈ, ਅੰਤਰ ਮੈਲ ਵਿਕਾਰੀ। ਸੋਠ ਮਹੱਲਾ ਪਹਿਲਾ ਪੰਨਾ 635। ਐੜਾ ਪੰਡਤ ਮੈਲ ਨਾ ਚੁਕਾਈ, ਜੇ ਵੇਦ ਪੜ੍ਹੈ ਜੁਗ ਚਾਰ। वार सोठ महला तीजा पन्ना 647। ईड़ी वेद कतेब संसार, हबाहूँ बाहरा। नानक का पातशाह दिसे जहरा। आसा महला पंजवां पन्ना 397। ससा वेद कतेब सिमरत सब शास्त, इन पढ़िया मुक्त न होई। सूही महला पंजवां पन्ना 747। हाहा ब्रह्मा मूल वेद अभ्यासा, तिसते उपजे देव मोह प्यासा। त्रै गुण भरमे नाही निज कर वासा। गौड़ी अष्टपदी महला तीजा पन्ना 230। कक्का त्रै गुण बाणी वेद विचार, विख्या मैल विख्या वापार। मलार महला तीजा पन्ना 1262। खखा वेद की पुत्री सिमरत भाई, सांकल जेवरी लै है आई। गौड़ी कबीर पन्ना 329। गग्गा वेद कतेब इफतरा पाई, दिल का फिकर न जाए। तिलांग कबीर पन्ना 727। घग्गा सिमरत शास्त्र पुन पाप विचार दे, ततै सार न जानी। रामकली महला तीजा आनंद पन्ना 920। गंगा
ਸਿਮਰ ਸ਼ਾਸਤਰ ਬਹੁਤ ਵਿਸਤਾਰਾ, ਮਾਇਆ ਮੋਹ ਪਸਰਿਆ ਪਾਸਾਰਾ। ਮਾਰੂ ਮਹੱਲਾ ਤੀਜਾ, ਪੰਨਾ 1053। ਚੱਚਾ ਪੜੇ ਰੇ ਸਗਲ ਵੇਦ, ਨੈ ਚੂਕੇ ਮਨ ਭੇਦ। ਇਕ ਖਿਨ ਨ ਧੀਰੈ, ਮੇਰੇ ਘਰ ਕੇ ਪੰਚਾ। ਧਨਾਸਰੀ ਮਹੱਲਾ ਪੰਜਵਾਂ, ਪੰਨਾ 687। ਛੱਛਾ ਵੇਦ ਪੜ੍ਹੇ ਹਰ ਨਾਮ ਨ ਬੂਝੇ, ਮਾਇਆ ਕਾਰਨ ਪੜ ਪੜ ਲੂਝੇ। ਮਾਰੂ ਮਹੱਲਾ ਤੀਜਾ, ਪੰਨਾ 1050। ਜੱਜਾ ਵੇਦ ਪਾਣੀ ਜਗ ਵਰਤਦਾ, ਤ੍ਰੈ ਗੁਣ ਕਰੇ ਵਿਚਾਰ। ਬਿਨ ਨਾਵੇਂ ਜਮ ਡੰਡ ਸਹੈ, ਮਰ ਜਨਮੇ ਵਾਰੋ ਵਾਰ। ਮਲਾਰ ਮਹੱਲਾ ਤੀਜਾ, ਪੰਨਾ 1276। ਚੱਜਾ ਪੜ ਪੜ ਪੰਡਤ ਮੋਨੀ ਥਕੇ, ਵੇਦਾਂ ਕਾ ਅਭਿਆਸ। ਹਰ ਨਾਮ ਚਿਤ ਨ ਆਵਈ, ਨਹਿ ਨਿਜ ਕਰ ਹੋਵੈ ਵਾਸ। ਮਲਾਰ ਮਹੱਲਾ ਤੀਜਾ, ਪੰਨਾ 1277। ਨਈਆਂ ਜਿਨ ਮਨ ਹਰ ਚਰਨਨ ਠਹਿਰਾਇਓ, ਸੋ ਸਿਮਰਤਨ ਕੇ ਰਾਹ ਨ ਆਇਓ। ਬ੍ਰਹਮਾ ਚਾਰ ਹੀ ਵੇਦ ਬਣਾਏ, ਸਰਬ ਲੋਕ ਤਹਿ ਕਰਮ ਚਲਾਏ। ਜਿਨ ਕੀ ਲਿਵ ਹਾ ਚਰਨਨ ਲਾਗੀ, ਤੇ ਵੇਦਨ ਤੇ ਭਏ ਤਿਆਗੀ। ਬਚਿੱਤਰ ਨਾਟਕ ਅਧਿਆਇ 6ਵਾਂ। ਟੈਂਕਾ ਸਿਮਰਤ ਸ਼ਾਸਤ ਵੇਦ ਸਭੈ, ਬਹੁ ਭੇਦ ਕਹੈ ਹਮ ਏਕ ਨ ਜਾਣੈ। ਰਾਮਾਵਤਾਰ। ਠੱਠਾ ਵੇਦ ਕਤੇਬ ਕੇ ਭੇਦ ਸਭੇ ਤਜ, ਕੇਵਲ ਕਾਲ ਕਿਰਪਾ ਨਿਧ ਮਾਨਿਓ। 33 ਸਵਈਏ। ਡੱਡਾ ਸ਼ਾਸਤਰ ਸਿਮਰਤ ਵੇਦ ਲਖ, ਮਹਾਭਾਰਤ ਰਮਾਇਣ ਮੇਲੇ। ਸਾਰ ਗੀਤਾ ਲਖ ਭਾਗਵਤ, ਜੋਤਕ ਵੈਦ ਚਲੰਤੀ ਖੇਲੇ। ਗਿਆਨ ਧਿਆਨ ਸਿਮਰਨ ਘਣੇ, ਦਰਸ਼ਨ ਵਰਨ ਗੁਰੂ ਬਹੁ ਚੇਲੇ। ਪੂਰਾ ਸਤਿਗੁਰ ਗੁਰਾਂ ਗੁਰ, ਮੰਤਰ ਮੂਲ ਗੁਰ ਬਚਨ ਸੁਹੇਲੇ। ਭਾਈ ਗੁਰਦਾਸ ਵਾਰ 16ਵੀਂ। ਢੱਡਾ ਗੁਰਸਿੱਖ ਸੰਗਤ ਮਿਲਾਪ ਕੋ ਪ੍ਰਤਾਪ ਐਸੋ, ਪਤ ਬ੍ਰਤ ਏਕ ਟੇਕ ਦੁਬਦਾ ਨਿਵਾਰੀ ਹੈ। ਪੂਛਤ ਨ ਜੋਤਕ ਔ ਵੇਦ ਤਿਥ ਵਾਰ ਕਛੂ, ਗ੍ਰੇ ਔ ਨਛੱਤਰ ਕੀ ਨ ਸ਼ੰਕਾ ਉਰ ਧਾਰੀ ਹੈ। ਕਬਿੱਤ ਭਾਈ ਗੁਰਦਾਸ। ਹਿੰਦੂ ਆਪ ਜਿਨ੍ਹਾਂ ਸ਼ਬਦਾਂ ਦੇ ਹਵਾਲੇ ਦਿੰਦੇ ਹੋ, ਇਹ ਗਿਆਨ ਕਾਂਡ ਦੇ ਹਨ। ਵੇਦ ਵਿੱਚ ਕਰਮ, ਉਪਾਸ਼ਨਾ ਔਰ ਗਿਆਨ, ਇਹ ਤਿੰਨ ਕਾਂਡ ਵੱਖੋ ਵੱਖ ਹਨ। ਆਚਾਰੀਆ ਜੋਗ ਜੈਸਾ ਅਧਿਕਾਰੀ ਦੇਖਦੇ ਹਨ, ਉਹੋ ਜਿਹਾ ਉਪਦੇਸ਼ ਕਰਦੇ ਹਨ। ਇਸ ਵਾਸਤੇ ਇਹਨਾਂ ਸ਼ਬਦਾਂ ਦਾ ਉਪਦੇਸ਼ ਹਰੇਕ ਵਾਸਤੇ ਨਹੀਂ ਹੈ। ਸਿੱਖ ਪਿਆਰੇ ਭਾਈ, ਸਾਡੇ ਸਤਿਗੁਰਾਂ ਨੇ ਇਹ ਸ਼ਬਦ ਸਭ ਦੇ ਹਿੱਤ ਲਈ ਯਥਾਰਥ ਉਚਾਰਨ ਕੀਤੇ ਹਨ, ਕਿਸੇ ਖਾਸ ਕਾਂਡ ਦੇ ਅਧਿਕਾਰੀ ਵਾਸਤੇ ਨਹੀਂ। ਔਰ ਸਿੱਖ ਮਤ ਵਿੱਚ ਆਪ ਦੇ ਧਰਮ ਦੀ ਤਰ੍ਹਾਂ ਕਰਮ, ਉਪਾਸ਼ਨਾ ਔਰ ਗਿਆਨ ਕਾਂਡ ਨਹੀਂ। ਅਸੀਂ ਪੰਥ ਦੀ ਸੇਵਾ, ਉਪਕਾਰ, ਨਾਮ, ਦਾਨ, ਇਸ਼ਨਾਨ ਔਰ ਧਰਮ ਕਿਰਤ ਆਦਿਕ ਸ਼ੁਭ ਕਰਮਾਂ ਨੂੰ ਕਰਮ ਕਾਂਡ ਜਾਣਦੇ ਹਾਂ। ਆਪ ਦੀ ਤਰ੍ਹਾਂ ਚਮਚਿਆਂ ਨਾਲ ਪਾਣੀ ਫੱਕਣਾ, ਕੰਨ ਨੱਕ ਨੂੰ ਹੱਥ ਲਾ ਲਾ ਤਾੜੀਆਂ ਮਾਰਨੀਆਂ ਔਰ ਘੀ ਜਿਹੇ ਉੱਤਮ ਪਦਾਰਥਾਂ ਨੂੰ ਬਿਰਥਾ ਅੱਗ ਵਿੱਚ ਫੂਕਣਾ ਅਤੇ ਆਤਿਕ ਕਰਮਾਂ ਨੂੰ ਕਰਮ ਕਾਂਡ ਨਹੀਂ ਮੰਨਦੇ। ਔਰ ਮਨ ਨੂੰ ਠਹਿਰਾ ਕੇ ਗੁਰਬਾਣੀ ਦਾ ਪਾਠ ਔਰ ਨਾਮ ਅਭਿਆਸ ਕਰਨਾ, ਵਾਹਿਗੁਰੂ ਨੂੰ ਸਰਬ ਵਿਆਪੀ ਮੰਨ ਕੇ ਉਸ ਦੇ ਪ੍ਰੇਮ ਵਿੱਚ ਨਿਗਮਨ ਹੋਣਾ ਹੀ ਸਿੱਖ ਧਰਮ ਵਿੱਚ ਉਪਾਸ਼ਨਾ ਹੈ। ਆਪ ਦੇ ਮਤ ਦੀ ਤਰ੍ਹਾਂ ਕਿਸੇ ਮੂਰਤ ਨੂੰ ਅੱਗੇ ਰੱਖ ਕੇ ਘੰਟੇ ਵਜਾਉਣੇ ਔਰ ਭੋਗ ਲਾਉਣੇ ਉਪਾਸ਼ਨਾ ਨਹੀਂ ਹੈ। ਇਸੇ ਤਰ੍ਹਾਂ ਅਕਾਲ ਪੁਰਖ ਔਰ ਆਪਣੇ ਆਪ ਦਾ ਯਥਾਰਥ ਪਹਿਚਾਨਣਾ ਸਾਡੇ ਧਰਮ ਵਿੱਚ ਗਿਆਨ ਹੈ। ਸ਼ੌਂਚਕ ਵੇਦਾਂਤੀਆਂ ਦੀ ਤਰ੍ਹਾਂ ਆਪਣੇ ਆਪ ਨੂੰ ਰੱਬ ਮੰਨ ਕੇ ਭਗਤੀ ਭਾਵ ਤੋਂ ਪਤਿਤ ਹੋ ਕੇ ਅਹੰ ਬ੍ਰਹਮਾਸਮ ਦੇ ਨਾਅਰੇ ਮਾਰਨੇ ਗਿਆਨ ਨਹੀਂ ਹੈ। ਜਿਸ ਬਾਣੀ ਦਾ ਅੰਮ੍ਰਿਤ ਛਕਣ ਵੇਲੇ ਉਪਦੇਸ਼ ਹੁੰਦਾ ਹੈ ਔਰ ਜੋ ਗੁਰਸਿੱਖਾਂ ਲਈ ਨਿਤ ਪੜ੍ਹਨੀ ਵਿਧਾਨ ਹੈ, ਉਸ ਵਿੱਚ ਤਿੰਨੇ ਕਾਂਡ ਭਰੇ ਹੋਏ ਹਨ, ਜਿਨ੍ਹਾਂ ਨੂੰ ਗੁਰਮਤਿ ਅਨੁਸਾਰ ਸਿੱਖ ਮੰਨਦੇ ਔਰ ਅਮਲ ਕਰਦੇ ਹਨ। ਹਿੰਦੂ ਦੇਖੋ, ਗੁਰੂ ਗ੍ਰੰਥ ਸਾਹਿਬ ਵਿੱਚ ਵੇਦ ਸੁਣਨ ਦੀ ਆਗਿਆ ਹੈ। ਸੁਣਿਆ ਸਾਖਤ ਸਿਮਰਤ ਵੇਦ। ਜਪਜੀ ਸਾਹਿਬ ਪੰਨਾ 2। ਸਿੱਖ ਇੱਥੇ ਇਹ ਉਪਦੇਸ਼ ਨਹੀਂ ਕਿ ਸਿੱਖ ਸ਼ਾਸਤਰ ਔਰ ਵੇਦਾਂ ਨੂੰ ਆਪਣੇ ਧਰਮ ਪੁਸਤਕ ਮੰਨ ਕੇ ਸੁਣਨ। ਇਸ ਜਗ੍ਹਾ ਸੁਣਨ ਦਾ ਪ੍ਰਕਰਨ ਔਰ ਮਹਾਤਮ ਚੱਲਿਆ ਹੋਇਆ ਹੈ ਕਿ ਸੁਣਨ ਤੋਂ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ। ਦੇਖੋ, ਗੁਰੂ ਸਾਹਿਬ ਅੱਗੇ ਫਰਮਾਉਂਦੇ ਹਨ, ਸੁਣਿਆ ਸਰਾਂ ਗੁਣਾ ਕੇ ਗਾ, ਸੁਣਿਆ ਸ਼ੇਖ ਪੀਰ ਪਾਤਸ਼ਾਹ, ਸੁਣਿਆ ਦੁਖ ਪਾਪ ਕਾ ਨਾਸ। ਜਪਜੀ ਸਾਹਿਬ ਪੰਨਾ ਨੰਬਰ 3। ਹਿੰਦੂ ਗੁਰੂ ਸਾਹਿਬ ਕਹਿੰਦੇ ਹਨ, ਵੇਦ ਕਹਿਣ ਇੱਕ ਬਾਤ। ਜਪਜੀ ਸਾਹਿਬ ਪੰਨਾ 5। ਸਿੱਖ
ਪਿਆਰੇ ਹਿੰਦੂ ਭਾਈ, ਅਗਲੀ ਤੁਕ ਕਿਉਂ ਨਹੀਂ ਪੜ੍ਹਦਾ ਕਿ ਸਾਹਸ 18 ਕਹਿਣ ਕਤੇਬਾਂ, ਅਸਲੂ ਇੱਕ ਧਾਤ, ਜਪਜੀ ਸਾਹਿਬ ਪੰਨਾ 5। ਹਿੰਦੂ ਦੇਖੋ, ਗੁਰੂ ਸਾਹਿਬ ਆਖਦੇ ਹਨ, ਅਹਰਣ ਮਤ ਵੇਦ ਹਥਿਆਰ, ਜਪਜੀ ਸਾਹਿਬ ਪੰਨਾ 8। ਸਿੱਖ ਇੱਥੇ ਆਪਦੇ ਉਹ ਵੇਦ ਪੁਸਤਕ ਨਹੀਂ ਜਿਨ੍ਹਾਂ ਵਿੱਚ ਅਗਨੀ, ਸੂਰਜ ਅਤੇ ਇੰਦਰ ਆਦਿਕ ਦੇਵਤਿਆਂ ਦੇ ਗੁਣ ਗਾਏ ਹਨ ਔਰ ਖਾਣੇ ਦੀ ਉੱਤਮ ਸਮੱਗਰੀ ਨੂੰ ਭਸਮ ਕਰਨ ਵਾਲਾ ਹਵਨ ਵਿਧਾਨ ਕੀਤਾ ਹੈ। ਇਸ ਜਗ੍ਹਾ ਵੇਦ ਪਥ ਦਾ ਅਰਥ ਯਥਾਰਥ ਗਿਆਨ ਹੈ। ਆਪ ਦੀ ਤਸੱਲੀ ਵਾਸਤੇ ਅਸੀਂ ਆਪਦੇ ਹੀ ਸ਼ਾਸਤਰ ਦਾ ਹਵਾਲਾ ਦਿੰਦੇ ਹਾਂ। ਵੇਦ ਨਾਮਕ ਪੋਥੀਆਂ ਦੇ ਨਾਮ ਵੇਦ ਨਹੀਂ। ਵੇਦ ਦਾ ਅਰਥ ਪਰਮ ਗਿਆਨ ਹੈ। ਜੋ ਗਿਆਨ ਨੂੰ ਪ੍ਰਾਪਤ ਹੋ ਕੇ ਪਰਮ ਪਦ ਲੱਭਦਾ ਹੈ, ਉਸੀ ਨੂੰ ਵੇਦ ਗਿਆਤਾ ਆਖੀਦਾ ਹੈ। ਅਥਰਵ ਵੇਦ ਸੰਬੰਧੀ ਮੁੰਡਕ ਉਪਨਿਸ਼ਦ ਵਿੱਚ ਲਿਖਿਆ ਹੈ ਕਿ ਇੱਕ ਪਰਾ ਮਹਾਵਿਦਿਆ ਹੈ, ਦੂਜੀ ਅਪਰਾ ਸਧਾਰਨ ਵਿਦਿਆ ਹੈ। ਰਿਗ, ਜਜੁਰ, ਸਾਮ ਔਰ ਅਥਰਵ ਵਿਆਕਰਨ, ਜੋਤਿਸ਼ ਆਦਿਕ ਸਭ ਅਪਰਾ ਵਿਦਿਆ ਹੈ ਔਰ ਪਰਾ ਉਹ ਹੈ ਜਿਸ ਕਰਕੇ ਅਵਿਨਾਸ਼ੀ ਪਰਮਾਤਮਾ ਦਾ ਗਿਆਨ ਪ੍ਰਾਪਤ ਹੁੰਦਾ ਹੈ। ਜਪਜੀ ਵਿੱਚ ਜੋ ਵੇਦ ਹਥਿਆਰ ਲਿਖਿਆ ਹੈ, ਸੋ ਉਸ ਮਹਾ ਗਿਆਨ ਦਾ ਨਾਮ ਹੈ ਜਿਸ ਨੂੰ ਪਰਾ ਵਿਦਿਆ ਆਖਿਆ ਗਿਆ ਹੈ। ਹਿੰਦੂ ਦੇਖੋ, ਜਪਜੀ ਵਿੱਚ ਲਿਖਿਆ ਹੈ, ਗਾਮਨ ਪੰਡਤ ਪੜ੍ਹਨ ਰਖੀਸਰ, ਜੁਗ ਜੁਗ ਵੇਦਾਂ ਨਾਲ, ਜਪਜੀ ਸਾਹਿਬ ਪੰਨਾ ਨੰਬਰ 6। ਸਿੱਖ ਇਹ ਵੀ ਤਾਂ ਲਿਖਿਆ ਹੈ, ਗਾਵੇਂ ਖਾਣੀ ਚਾਰੇ, ਜਪਜੀ ਸਾਹਿਬ ਪੰਨਾ ਨੰਬਰ 6। ਤੁਧ ਧਿਆਇਨ ਵੇਦ ਕਤੇਬਾਂ ਸਣ ਖੜੇ, ਵਾਰ ਗੁਜਰੀ ਮਹੱਲਾ ਪੰਜਵਾਂ, ਪੰਨਾ 518। ਜਿੱਥੇ ਡੱਡੂ, ਛਿੰਡੇ, ਪਸ਼ੂ, ਪੰਛੀ ਵੀ ਸਾਡੇ ਸਤਿਗੁਰਾਂ ਨੂੰ ਵਾਹਿਗੁਰੂ ਦਾ ਜਾਪ ਕਰਦੇ ਪ੍ਰਤੀਤ ਹੁੰਦੇ ਹਨ, ਉੱਥੇ ਇਹ ਕਹਿਣਾ ਕਿ ਆਪ ਦੇ ਮਤ ਦੀ ਪੁਸ਼ਟੀ ਕਰਦਾ ਹੈ। ਸਾਡੇ ਸਤਿਗੁਰੂ ਜੀ ਫਰਮਾਉਂਦੇ ਹਨ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ, ਮਲਾਰ ਮਹੱਲਾ ਚੌਥਾ, ਪੰਨਾ 1265। ਗੁਰੂ ਨਾਨਕ ਸਾਹਿਬ ਜੀ ਨੇ ਸਿਆਪਾ ਕਰਦੀਆਂ ਇਸਤਰੀਆਂ ਨੂੰ ਵੀ ਵਾਹਿਗੁਰੂ ਦਾ ਜਾਪ ਕਰਦਿਆਂ ਦੱਸਿਆ ਹੈ। ਜਥਾ ਹੈ ਕਰਕੇ ਉਹ ਕਰੇਨ, ਗੱਲਾਂ ਪਿੱਟਣ ਸਿਰ ਖੋਹੇਨ, ਨਾਉ ਲੈਣ ਅਰ ਕਰਨ ਸਮਾਏ, ਨਾਨਕ ਤਿੰਨ ਬਲਹਾਰੇ ਜਾਏ। ਵਾਰਾਂ ਤੇ ਵਧੀਕ ਮਹੱਲਾ ਪਹਿਲਾ, ਪੰਨਾ 1410। ਅਰ ਜਗਤ ਗੁਰੂ ਨੂੰ ਹਟ ਘਟਿਅੰਤਰ ਦੀ ਧੁਨੀ ਵੀ ਕਰਤਾਰ ਦਾ ਜਾਪ ਹੀ ਭਾਸਦੀ ਸੀ। ਦੇਖੋ ਸ਼ਲੋਕ ਵਾਰਾਂ ਤੇ ਵਧੀਕ, ਹਰ ਹਟ ਵੀ ਤੂੰ ਤੂੰ ਕਰੇ। ਹਿੰਦੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ, ਵੇਦ ਪਾਠ ਮਤ ਪਾਪਾਂ ਖਾਏ, ਵਾਰ ਸੂਹੀ ਮਹੱਲਾ ਪਹਿਲਾ, ਪੰਨਾ 791। ਸਿੱਖ ਇਸ ਦਾ ਇਹ ਅਰਥ ਹੈ ਕਿ ਗਿਆਨ ਵਿਚਾਰ ਨਾਲ ਪਾਠ ਕੀਤਾ ਹੋਇਆ ਪਾਪਾਂ ਨੂੰ ਇਸ ਤਰ੍ਹਾਂ ਨਾਸ ਕਰ ਦਿੰਦਾ ਹੈ ਜਿਸ ਤਰ੍ਹਾਂ ਦੀਵਾ ਬਲੇ ਅੰਧੇਰਾ ਜਾਏ। ਵਾਰ ਸੂਹੀ ਮਹੱਲਾ ਪਹਿਲਾ, ਪੰਨਾ 791। ਜੋ ਲੋਕ ਅਰਥ ਵਿਚਾਰ ਬਿਨਾਂ ਪਾਠ ਕਰਦੇ ਹਨ, ਉਹਨਾਂ ਨੂੰ ਲਾਭ ਨਹੀਂ ਪ੍ਰਾਪਤ ਹੁੰਦਾ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਸਿੱਖ ਨੂੰ ਜੋ ਅਰਥ ਵਿਚਾਰ ਵੇਦ ਬਿਨਾਂ ਅਸ਼ੁੱਧ ਗੁਰਬਾਣੀ ਪੜ੍ਹ ਰਿਹਾ ਸੀ, ਮਾਰ ਪਵਾਈ ਸੀ। ਪਿਆਰੇ ਹਿੰਦੂ ਭਾਈ, ਜੇ ਆਪ ਦਾ ਇਹੀ ਪੱਕਾ ਹੱਠ ਹੈ ਕਿ ਵੇਦ ਨਾਮਕ ਪੁਸਤਕਾਂ ਦਾ ਪਾਠ ਪਾਪਮਤੀ ਦੂਰ ਕਰ ਦਿੰਦਾ ਹੈ, ਤਾਂ ਆਓ ਮੂਰਖ ਦੁਰਾਚਾਰੀਆਂ ਪਾਸ ਵੇਦ ਦੀ ਧੁਨੀ ਕਰੀਏ ਔਰ ਪਰਖੀਏ ਕਿ ਹੁਣ ਉਹਨਾਂ ਦੀ ਪਾਪਮਤੀ ਬਦਲ ਕੇ ਪੁੰਨਮਤੀ ਹੋਈ ਹੈ ਜਾਂ ਨਹੀਂ, ਔਰ ਆਪ ਨੂੰ ਨਿਰਸੰਦੇਹ ਕਰਨ ਵਾਸਤੇ ਕਿ ਇਹ ਸ਼ਬਦ ਵਿੱਚ ਵੇਦ ਪਾਠ ਦੀ ਮਹਿਮਾ ਨਹੀਂ, ਇਸੇ ਦੀਆਂ ਅਗਲੀਆਂ ਤੁਕਾਂ ਲਿਖਦੇ ਹਨ। ਵੇਦ ਪਾਠ ਸੰਸਾਰ ਕੀ ਕਾਰ, ਪੜ ਪੜ ਪੰਡਤ ਕਰੇ ਵਿਚਾਰ, ਬਿਨ ਬੂਝੇ ਸਭ ਹੋਏ ਖੁਆਰ। ਵਾਰ ਸੂਹੀ ਮਹੱਲਾ ਪਹਿਲਾ, ਪੰਨਾ 791। ਹਿੰਦੂ ਗੁਰੂ ਸਾਹਿਬ ਕਹਿੰਦੇ ਹਨ, ਵੇਦਾਂ ਮੈਂ ਨਾਮ ਉਤਮ ਸੋ ਸੁਣੇ ਨਾਹੀਂ, ਫਿਰੇ ਜਿਉ ਬੇਤਾਲਿਆ। ਰਾਮਕਲੀ ਮਹੱਲਾ ਤੀਜਾ, ਆਨੰਦ, ਪੰਨਾ 919। ਸਿੱਖ ਇਸ ਦਾ ਅਰਥ ਹੈ ਕਿ ਵੇਦਾਂ ਵਿੱਚ ਜੇ ਕੋਈ ਉੱਤਮ ਵਸਤੂ ਹੈ ਤਾਂ ਵਾਹਿਗੁਰੂ ਦਾ ਕਿਤੇ ਨਾਮ ਮਾਤਰ ਨਾਮ ਹੈ, ਸੋ ਉਸ ਨੂੰ ਤਾਂ ਅਗਿਆਨੀ ਲੋਕ ਸੁਣਦੇ ਔਰ ਵਿਚਾਰਦੇ ਨਹੀਂ। ਜਗ ਔਰ ਹਵਨ ਆਦਿਕ ਬਿਰਥਾ ਕੰਮਾਂ ਵਿੱਚ ਬੇਤਾਲਾਂ ਦੀ ਤਰ੍ਹਾਂ ਭਟਕਦੇ ਫਿਰਦੇ ਹਨ। ਗੁਰੂ ਸਾਹਿਬ ਦਾ ਬਚਨ ਹੈ, ਹਰ ਕੇ ਨਾਮਹੀਨ ਬੇਤਾਲ। ਸਾਰੰਗ ਮਹੱਲਾ ਪੰਜਵਾਂ, ਪੰਨਾ 1222। ਇਸ ਤੁਕ ਵਿੱਚ ਗੁਰੂ ਸਾਹਿਬ ਨੇ ਵੇਦਾਂ ਨੂੰ ਉੱਤਮ ਨਹੀਂ ਦੱਸਿਆ, ਵਾਹਿਗੁਰੂ ਦਾ ਨਾਮ ਉੱਤਮ ਕਥਨ ਕੀਤਾ ਹੈ। ਫੁੱਟਨੋਟ: ਸੰਪਰਦਾਇ ਗਿਆਨੀ ਇਸ ਤੁਕ ਦਾ
ਅਨ ਵੇ ਇਸ ਤਰ੍ਹਾਂ ਵੀ ਕਰਦੇ ਹਨ। ਨਾਮ ਉਤਮ ਸੋ ਸੁਣੇ ਨਾਹੀ, ਵੇਦਾਂ ਮੈਂ ਬੇਤਾਲਿਆ ਜਿਉ ਫਿਰੈ। ਹਿੰਦੂ ਗੁਰੂ ਸਾਹਿਬ ਆਖਦੇ ਹਨ, ਚਾਰ ਪੁਕਾਰੇ ਨਾ ਤੂੰ ਮਾਨੇ, ਖੱਡ ਵੀ ਏਕਾ ਬਾਤ ਬਖਾਨੇ। 10 ਅਸ਼ਟਮੀ ਮਿਲ ਏਕੋ ਕਹਿਆ, ਤਾਂ ਵੀ ਜੋਗੀ ਭੇਦ ਨ ਲਹੈ। ਰਾਮਕਲੀ ਮਹੱਲਾ ਪੰਜਵਾਂ, ਪੰਨਾ 886। ਸਿੱਖ ਜੋਗੀ ਜੋ ਵੇਦ ਸ਼ਾਸਤਰਾਂ ਦਾ ਵਿਸ਼ਵਾਸੀ ਸੀ, ਉਸ ਨੂੰ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਹੇ ਜੋਗੀ, ਤੂੰ ਆਪਣੇ ਮੱਤ ਦੇ ਸ਼ਾਸਤਰਾਂ ਨੂੰ ਪੜ੍ਹ ਸੁਣ ਕੇ ਵੀ ਪਰਮਾਤਮਾ ਦਾ ਭੇਦ ਨਹੀਂ ਪਾਇਆ, ਐਵੇਂ ਪਾਣੀ ਬਿਲੋਇਆ ਹੈ। ਔਰ ਕੀ ਹਿੰਦੂ ਭਾਈ ਸਾਹਿਬ ਜੋਗੀ ਨੂੰ ਸਤਿਗੁਰ ਇਉਂ ਆਖਦੇ ਹਨ ਕਿ ਹੇ ਜੋਗੀ, ਦੇਖ ਕੁਰਾਨ ਔਰ ਅੰਜੀਲ ਇਹ ਉਪਦੇਸ਼ ਦੇ ਰਹੇ ਹਨ, ਪਰ ਤੈਂ ਉਹਨਾਂ ਦੇ ਮਰਮ ਨੂੰ ਨਹੀਂ ਪਾਇਆ। ਜਿਸ ਤਰ੍ਹਾਂ ਹਿੰਦੂ ਜੋਗੀ ਨੂੰ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ, ਇਸੇ ਤਰ੍ਹਾਂ ਮੁਸਲਮਾਨ ਪ੍ਰਤੀ ਕਥਨ ਕਰਦੇ ਹਨ, ਦੋਜਕ ਪਾਉਂਦਾ ਕਿਉਂ ਰਹੇ, ਜਾਂ ਚਿੱਤ ਨਾ ਹੋਏ ਰਸੂਲ। ਵਾਰ ਗੌੜੀ ਮਹੱਲਾ ਪੰਜਵਾਂ, ਪੰਨਾ 319। ਹੋਏ ਮੁਸਲਮਾਨ ਦੀਨ ਮੁਹਾਣੇ, ਮਰਨ ਜੀਵਨ ਕਾ ਭਰਮ ਚੁਕਾਵੇ। ਵਾਰ ਮਾਝ ਮਹੱਲਾ ਪਹਿਲਾ, ਪੰਨਾ 141। ਮਿਹਰ ਮਸੀਤ ਸਿਦਕ ਮੁਸੱਲਾ, ਹੱਕ ਹਲਾਲ ਕੁਰਾਨ। ਵਾਰ ਮਾਝ ਮਹੱਲਾ ਪਹਿਲਾ, ਪੰਨਾ 140। ਸੱਚ ਕਮਾਵੇ ਸੋਈ ਕਾਜੀ, ਜੋ ਦਿਲ ਸੋਧੈ ਸੋਈ ਹਾਜੀ। ਸੋ ਮੁੱਲਾ ਮੌਲੂਨ ਨਵਾਰੈ, ਸੋ ਦਰਵੇਸ਼ ਜਿਸ ਸਿਫਤ ਧਰਾ। ਮਾਰੂ ਮਹੱਲਾ ਪੰਜਵਾਂ, ਪੰਨਾ 1084। ਕੀ ਇਹਨਾਂ ਉਪਦੇਸ਼ਾਂ ਦਾ ਆਪ ਇਹ ਸਿੱਟਾ ਕੱਢੋਗੇ ਕਿ ਗੁਰੂ ਸਾਹਿਬ ਸਿੱਖਾਂ ਨੂੰ ਮੁਹੰਮਦ ਸਾਹਿਬ ਦੀ ਪੈਰਵਾਈ ਕਰਨ ਦਾ ਹੁਕਮ ਦਿੰਦੇ ਹਨ? ਅਸਲ ਵਿੱਚ ਆਪ ਉਪਦੇਸ਼ ਦੇ ਢੰਗ ਤੇ ਸਤਿਗੁਰਾਂ ਦੇ ਆਸ਼ੇ ਤੋਂ ਅਗਿਆਨੀ ਹੋ। ਹਿੰਦੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ, ਵੇਦ ਪੁਰਾਣ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੈ। ਸਿੱਖ ਪਾਠ ਸਹੀ ਇਸ ਤਰ੍ਹਾਂ ਹੈ, ਵੇਦ ਕਤੇਬ ਕਹੋ ਮਤ ਝੂਠੇ। ਪ੍ਰਭਾਤੀ ਕਬੀਰ ਪੰਨਾ 1350। ਇਸ ਦਾ ਭਾਵ ਇਹ ਹੈ, ਕਾਂਸ਼ੀ ਵਿੱਚ ਕਬੀਰ ਜੀ ਪਾਸ ਹਿੰਦੂ ਔਰ ਮੁਸਲਮਾਨ ਇੱਕ ਦੂਜੇ ਦੀ ਨਿੰਦਾ ਕਰਦੇ ਹੋਏ ਔਰ ਇੱਕ ਦੂਜੇ ਦੀਆਂ ਧਰਮ ਪੁਸਤਕਾਂ ਨੂੰ ਗਾਲੀਆਂ ਦਿੰਦੇ ਹੋਏ ਆਏ, ਜਿਸ ਪਰ ਕਬੀਰ ਜੀ ਨੇ ਸ਼ਾਂਤੀ ਕਰਾਉਣ ਲਈ ਉੱਤਮ ਉਪਦੇਸ਼ ਦਿੱਤਾ ਕਿ ਐਵੇਂ ਬਿਨਾਂ ਵਿਚਾਰੇ ਪੱਖਪਾਤ ਨਾਲ ਕ੍ਰੋਧ ਦੇ ਅਧੀਨ ਹੋ ਕੇ ਵੇਦ ਔਰ ਕੁਰਾਨ ਨੂੰ ਝੂਠੇ ਨਾ ਕਹੋ। ਅਸਲੀਅਤ ਸਮਝ ਕੇ ਜੋ ਕੁਝ ਆਖਣਾ ਹੈ ਸੋ ਯਥਾਰਥ ਆਖੋ ਔਰ ਸ਼ਾਂਤੀ ਨਾਲ ਧਰਮ ਗ੍ਰੰਥਾਂ ਦੇ ਮਰਮ ਨੂੰ ਸਮਝੋ। ਆਪ ਨੇ ਕਬੀਰ ਜੀ ਦਾ ਸ਼ਬਦ ਵੇਦਾਂ ਦੀ ਤਾਈਦ ਵਿੱਚ ਬਿਨਾਂ ਪ੍ਰਸੰਗ ਸਮਝੇ ਦਿੱਤਾ ਹੈ। ਅਸੀਂ ਮੁਨਾਸਬ ਜਾਣਦੇ ਹਾਂ ਕਿ ਆਪ ਨੂੰ ਕਬੀਰ ਜੀ ਦੀ ਆਪਣੀ ਰਾਏ ਵੇਦ ਔਰ ਕੁਰਾਨ ਬਾਬਤ ਸੁਣਾਈਏ, ਜੋ ਇਹ ਹੈ, ਵੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ। ਤਿਲੰਗ ਕਬੀਰ ਪੰਨਾ 727। ਮੇਰੇ ਮਿੱਤਰ ਹਿੰਦੂ ਜੀ, ਸਾਡੇ ਸਤਿਗੁਰ ਸਾਤਗ੍ਰਾਹੀ ਸਭ ਦੇ ਪਿਆਰੇ ਸੇ। ਉਹ ਕਿਸੇ ਦੀ ਨਿੰਦਾ ਔਰ ਉਸਤਤ ਨਹੀਂ ਕਰਦੇ ਸੇ, ਜੋ ਯਥਾਰਥ ਦੇਖਦੇ ਸੇ ਸੋ ਆਖਦੇ ਸੇ। ਉਹ ਵੇਦ ਕੁਰਾਨ ਆਦਿ ਪੁਸਤਕਾਂ ਨੂੰ ਇੱਕ ਦ੍ਰਿਸ਼ਟੀ ਨਾਲ ਦੇਖਦੇ ਸੇ। ਉਹ ਸੰਸਕ੍ਰਿਤ ਨੂੰ ਦੇਵ ਬਾਣੀ ਔਰ ਫਾਰਸੀ ਨੂੰ ਮਲੇਸ਼ ਭਾਸ਼ਾ ਨਹੀਂ ਸਮਝਦੇ ਸੇ, ਜਿਹਾ ਕਿ ਉਹਨਾਂ ਦੀ ਬਾਣੀ ਤੋਂ ਸਿੱਧ ਹੈ। ਅੱਲਾ ਅਲਖ ਅਪਾਰ, ਖੁਦ ਖੁਦਾਏ ਵੱਡ ਬੇਸ਼ੁਮਾਰ। ਓਨਮੋ ਭਗਵੰਤ ਗੁਸਾਈ, ਖਾਲਕ ਰਵ ਰਹਿਆ ਸਰਬ ਠਾਈ ਰਹਾਓ। ਮਿਹਰਬਾਨ ਮੌਲਾ ਤੁਹੀਂ ਏਕ, ਪੀਰ ਪੈਗੰਬਰ ਸ਼ੇਖ। ਕਹੋ ਨਾਨਕ ਗੋਇ ਖੋਏ ਭਰਮ, ਏਕੋ ਅੱਲਾ ਪਾਰ ਬ੍ਰਹਮ। ਰਾਮਕਲੀ ਮਹੱਲਾ ਪੰਜਵਾਂ, ਪੰਨਾ 896। ਹਿੰਦੂ ਹੋਰ ਗੱਲਾਂ ਜਾਣਦੇ ਹੋ। ਦੇਖੋ, ਗੁਰੂ ਸਾਹਿਬ ਦੇ ਬਜ਼ੁਰਗ ਵੇਦ ਪੜ੍ਹਨ ਕਰਕੇ ਹੀ ਵੇਦੀ ਕਹਾਏ, ਜਿਹਾ ਕਿ ਬਚਿੱਤਰ ਨਾਟਕ ਵਿੱਚ ਲਿਖਿਆ ਹੈ, ਜਿਨੈ ਵੇਦ ਪੜ੍ਹਿਓ ਸੋ ਵੇਦੀ ਕਹਾਏ, ਤਿਨੇ ਧਰਮ ਕੇ ਕਰਮ ਨੀਕੇ ਚਲਾਏ। ਬਚਿੱਤਰ ਨਾਟਕ ਅਧਿਆਇ 4। ਹੁਣ ਆਪ ਵੇਦਾਂ ਤੋਂ ਕਿੱਥੇ ਭੱਜ ਸਕਦੇ ਹੋ? ਸਿੱਖ ਪਿਆਰੇ ਭਾਈ, ਅਸੀਂ ਇਹ ਕਿਤੇ ਨਹੀਂ ਆਖਿਆ ਕਿ ਵੇਦ ਪੜ੍ਹਨ ਵਾਲਾ ਪਾਪੀ ਹੁੰਦਾ ਹੈ ਜਾਂ ਵੇਦ ਦਾ ਪੜ੍ਹਨਾ ਬੁਰਾ ਹੈ, ਪਰ ਸਿੱਖਾਂ ਲਈ ਵੇਦ ਧਰਮ ਪੁਸਤਕ ਨਹੀਂ ਹਨ। ਜਿਸ ਤਰ੍ਹਾਂ ਪੈਗੰਬਰ ਈਸਾ ਔਰ ਮੁਹੰਮਦ ਸਾਹਿਬ ਦੇ ਬਜ਼ੁਰਗਾਂ ਨੇ ਤੌਰੇਤ ਔਰ ਜ਼ਬੂਰ ਨੂੰ ਪ੍ਰੇਮ ਨਾਲ ਪੜ੍ਹਿਆ ਔਰ ਪਰਮਾਤਮਾ ਦੀ ਆਗਿਆ ਮੰਨ ਕੇ ਉਹਨਾਂ ਦਾ ਸਤਿਕਾਰ ਕੀਤਾ, ਪਰ ਹੁਣ ਈਸਾਈ ਔਰ ਮੁਸਲਮਾਨਾਂ ਦੀਆਂ ਪਵਿੱਤਰ ਪੁਸਤਕਾਂ ਅੰਜੀਲ ਔਰ ਕੁਰਾਨ ਹਨ। ਫੁੱਟਨੋਟ: ਕੁਰਾਨ ਵਿੱਚ ਤੌਰੇਤ, ਜ਼ਬੂਰ
ਔਰ ਅੰਜੀਲ ਨੂੰ ਅਸਮਾਨੀ ਕਿਤਾਬ ਮੰਨਿਆ ਹੈ, ਪਰ ਮੁਸਲਮਾਨਾਂ ਦੇ ਧਰਮ ਦਾ ਆਧਾਰ ਔਰ ਪੂਰੀ ਸ਼ਰਧਾ ਜੋਗੇ ਕੇਵਲ ਕੁਰਾਨ ਹੀ ਹੈ। ਇसी तरह चाहे गुरु नानक साहब दे बुजुर्गां ने वेद पढ़े और वेद अनुसार आचरण किया, पर सिखां वास्ते गुरु ग्रंथ साहब धर्म पुस्तक और सिख धर्म ही मुक्ति दाता है। वेद अथवा होर कोई धर्म ग्रंथ नहीं है। किताब हम हिंदू नहीं। लेखक भाई कान सिंह नाभा, भाग चौथा, आवाज़ गुरजंट सिंह रूपवाली। पूरी किताब सुनने लई यूट्यूब चैनल गुरजंट सिंह रूपवाली सबसक्राइब करो। वाहिगुरू जी का खालसा, वाहिगुरू जी की फतेह।